ਫਿਰ ਤੋਂ ਸਵਾਗਤ ਹੈ। ਇਹ ਲੈਕਚਰ ਨੰਬਰ 55 ਹੈ ਅਤੇ ਅਸੀਂ ਫਸਟ ਆਰਡਰ ਦੇ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨਸ ਤੇ ਚਰਚਾ ਕਰਾਂਗੇ। ਅਤੇ ਨਾ ਸਿਰਫ ਲੀਨੀਅਰ ਇਕੁਏਸ਼ਨਸ ਰਾਹੀਂ ਜਾਵਾਂਗੇ ਬਲਕਿ ਉਹਨਾਂ ਡਿਫਰੈਂਸ਼ੀਅਲ ਇਕੁਏਸ਼ਨਸ ਨੂੰ ਵੀ ਵੇਖਾਂਗੇ ਜੋ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨਸ ਲਈ ਕੱਟਣਯੋਗ ਹਨ ਅਤੇ ਇੱਥੇ ਸੋਲਿਊਸ਼ਨ ਤਕਨੀਕਾਂ ਵੀ ਹਨ। ਤਾਂ ਬਸ ਪਿਛਲੇ ਲੈਕਚਰ ਤੋਂ ਯਾਦ ਕਰਨ ਲਈ ਇੱਥੇ ਅਸੀਂ ਇੰਟੀਗ੍ਰੇਟਿੰਗ ਫੈਕਟਰਸ ਤੇ ਚਰਚਾ ਕੀਤੀ ਹੈ। ਇਸ ਲਈ ਜੇਕਰ ਸਾਡੇ ਲਈ ਇਕੁਏਸ਼ਨ ਦਿੱਤੀ ਗਈ ਹੈ ਜਿਵੇਂ ਕਿ m dx mx ਦਾ ਇੱਕ ਫੰਕਸ਼ਨ ਹੈ ਅਤੇ n xy ਦਾ ਵੀ ਫੰਕਸ਼ਨ ਹੈ। ਜੇਕਰ ਇਹ ਇੱਕ ਦਿੱਤੀ ਗਈ ਡਿਫਰੈਂਸ਼ੀਅਲ ਇਕੁਏਸ਼ਨ ਹੈ ਜੋ ਇੱਕ ਸੈਕਟ ਨਹੀਂ ਹੈ ਅਤੇ ਜੇਕਰ ਅਸੀਂ ਉਸ ਇਕੁਏਸ਼ਨ ਨੂੰ ixy ਦੇ ਇਸ ਫੰਕਸ਼ਨ ਨਾਲ ਮਲਟੀਪਲਾਈ ਕਰਦੇ ਹਾਂ ਅਤੇ ਫਿਰ ਇਹ ਇਕੁਏਸ਼ਨ ਐਗਜ਼ੈਕਟ ਹੋ ਜਾਂਦੀ ਹੈ ਤਾਂ ਅਸੀਂ ਅਜਿਹੇ ਫੰਕਸ਼ਨ ਨੂੰ ਇੱਥੇ ਇੰਟੀਗ੍ਰੇਟਿੰਗ ਫੈਕਟਰ ਕਹਿੰਦੇ ਹਨ। ਅਸੀਂ ਇਹ ਵੀ ਵੇਖਿਆ ਹੈ ਕਿ ਕੁਝ ਖਾਸ ਕੇਸਿਸ ਵਿੱਚ ਇੰਟੀਗ੍ਰੇਟਿੰਗ ਫੈਕਟਰ ਦਾ ਮੁਲਾਂਕਣ ਕਿਵੇਂ ਕੀਤਾ ਜਾਂਦਾ ਹੈ। ਤਾਂ ਉਹਨਾਂ ਵਿੱਚੋਂ ਇੱਕ ਇਹ ਸੀ ਕਿ ਜੇਕਰ ਇਹ my ਮਾਈਨਸ ਅਤੇ x ਬਟਾ n ਸਿਰਫ x ਦਾ ਇੱਕ ਫੰਕਸ਼ਨ ਹੈ ਤਾਂ ਕਹੋ f(x). ਅਜਿਹੀ ਕੇਸ ਵਿੱਚ ਇੰਟੀਗ੍ਰੇਟਿੰਗ ਫੈਕਟਰ ਦਾ ਮੁਲਾਂਕਣ ਅਸੀਂ ਇਸੀ ਪਾਵਰ ਇੰਟੀਗਰਲ f(x) dx ਦੁਆਰਾ ਹੱਲ ਕਰ ਸਕਦੇ ਹਾਂ। ਅਤੇ ਨਾਲ ਹੀ ਇੱਥੇ ਇਹ ਕੇਸ 1 ਬਟਾ m ਅਤੇ x ਮਾਈਨਸ my ਜੇਕਰ ਇਹ ਸਿਰਫ y ਦਾ ਫੰਕਸ਼ਨ ਹੈ। ਆਓ ਇਸ ਨੂੰ gy ਕਹਿੰਦੇ ਹਾਂ। ਇਸ ਕੇਸ ਵਿੱਚ ਵੀ ਅਸੀਂ ਇਸ ਇੰਟੀਗ੍ਰੇਟਿੰਗ ਫੈਕਟਰ ਦੀ ਕੰਪਿਊਟ ਨੂੰ ਕਰ ਸਕਦੇ ਹਾਂ। ਫਿਰ ਤੋਂ ਜਿਵੇਂ ਕਿ li e ਦੀ ਪਾਵਰ ਦੇ ਇਕੁਅਲ ਹੈ ਇਸ ਫੰਕਸ਼ਨ ਦਾ ਇੰਟੀਗਰਲ g ਦਾ dy ਹੈ। ਇਸ ਲਈ ਅਸੀਂ ਅੱਜ ਦੇ ਲੈਕਚਰ ਵਿੱਚ ਇਹਨਾਂ ਖਾਸ ਕੇਸਾਂ ਦਾ ਮੁਲਾਂਕਣ ਕਰਨ ਲਈ ਇੰਟੀਗ੍ਰੇਟਿੰਗ ਫੈਕਟਰ ਨਾਲ ਇਹਨਾਂ ਨਾਲ ਜਾਣੂ ਹੋਣ ਦੀ ਲੋੜ ਹੈ। ਤਾਂ ਇੱਥੇ ਇਹ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਜੋ ਅੱਜ ਦੇ ਲੈਕਚਰ ਦਾ ਟੌਪਿਕ ਹੈ। ਇਸ ਲਈ ਫਸਟ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਲੀਨੀਅਰ ਕਿਹਾ ਜਾਂਦਾ ਹੈ ਜੇਕਰ ਇਸ ਨੂੰ ਇਸ ਵਜੋਂ ਲਿਖਿਆ ਜਾ ਸਕਦਾ ਹੈ dx plus pxy ਤੇ dy ਅਤੇ q ਦੇ ਇਕੁਅਲ ਹੈ। ਤਾਂ ਇੱਥੇ ਇਹ p ਸਿਰਫ x ਦਾ ਫੰਕਸ਼ਨ ਹੈ ਅਤੇ q ਵੀ x ਦਾ ਹੀ ਫੰਕਸ਼ਨ ਹੈ ਪਰ ਇਹ x ਦਾ ਇੱਕ ਲੀਨੀਅਰ ਫੰਕਸ਼ਨ ਹੋ ਸਕਦਾ ਹੈ। y ਨੂੰ ਅਸੀਂ ਇਸ ਲੀਨੀਅਰ ਕਹਿੰਦੇ ਹਾਂ। ਇਹ ਮੂਲ ਤੌਰ ਤੇ y ਵਿੱਚ ਲੀਨੀਅਰ ਇਕੁਏਸ਼ਨ ਹੈ ਕਿਉਂਕਿ ਇਹ dy ਹੈ ਬਟਾ dx ਇੱਥੇ ਸਿੰਗਲ ਟਰਮ ਵਜੋਂ ਵਿਖਾਈ ਦਿੰਦਾ ਹੈ ਜਿੱਥੇ ਵੀ y ਵਿਖਾਈ ਦੇ ਰਿਹਾ ਹੈ ਸਿਰਫ ਸਿੰਗਲ ਇਸ ਲਈ y ਦਾ ਕੋਈ ਪ੍ਰੋਡਕਟ ਨਹੀਂ ਹੈ y ਜਾਂ ਇਸ ਦੇ ਡੈਰੀਵੇਟਿਵ ਨਾਲ। ਇਸ ਲਈ ਇਹ ਇਕੁਏਸ਼ਨ y ਫੰਕਸ਼ਨ p ਵਿੱਚ ਲੀਨੀਅਰ ਹੈ ਅਤੇ q ਵਿੱਚ x ਦੀਆਂ ਪਾਵਰਾਂ ਹੋ ਸਕਦੀਆਂ ਹਨ ਇਸ ਲਈ x ਸਕੁਏਅਰ ਜਾਂ ਕੋਈ ਹੋਰ ਫੰਕਸ਼ਨ ਹੈ ਇਸ ਲਈ p ਅਤੇ q ਤੇ ਕੋਈ ਪ੍ਰਤੀਬੰਧ ਨਹੀਂ ਹੈ ਪਰ ਇਹ ਕਿਉਂ dx ਤੇ dy ਵਰਗਾ ਹੋਣਾ ਚਾਹੀਦਾ ਹੈ ਅਤੇ ਇੱਥੇ y ਹੈ ਇਸ ਲਈ ਇਹ ਫਸਟ ਆਰਡਰ ਦੇ ਲੀਨੀਅਰ ਇਕੁਏਸ਼ਨ ਦਾ ਇੱਕ ਆਮ ਰੂਪ ਹੈ ਜਿਸ ਤੇ ਅਸੀਂ ਅੱਜ ਦੇ ਲੈਕਚਰ ਵਿੱਚ ਕੰਸੀਡਰ ਕਰਾਂਗੇ ਅਤੇ ਇਸ ਨੂੰ ਅਸੀਂ ਇਹ ਵੀ ਲਿਖ ਸਕਦੇ ਹਾਂ। ਤਾਂ ਇਸ ਦੀ ਡਿਫਰੈਂਸ਼ੀਅਲ ਟਰਮ ਇੱਥੇ dx ਅਸੀਂ ਇਸ ਡਿਫਰੈਂਸ਼ੀਅਲ ਟਰਮ ਨਾਲ ਹੋਲ ਇਕੁਏਸ਼ਨ ਨੂੰ ਮਲਟੀਪਲਾਈ ਕਰ ਸਕਦੇ ਹਾਂ ਤਾਂ ਅਸੀਂ y plus p into y ਦੇ ਇਸ ਡਿਫਰੈਂਸ਼ੀਅਲ ਨੂੰ ਪ੍ਰਾਪਤ ਕਰਾਂਗੇ ਅਤੇ ਇਹ dx ਇੱਥੇ ਰਾਈਟ ਹੈਂਡ ਸਾਈਡ ਵੱਲ ਵੀ ਸਾਡੇ ਕੋਲ qx dx ਹੋਵੇਗਾ ਅਤੇ ਹੁਣ ਇਹ ਇਕੁਏਸ਼ਨ ਹੈ ਜੋ ਇਸ ਰੂਪ ਵਿੱਚ ਹੈ ਕਿ xy ਦਾ m ਫੰਕਸ਼ਨ dx plus xy ਦਾ n ਫੰਕਸ਼ਨ ਅਤੇ dy ਸਿਫਰ ਦੇ ਇਕੁਅਲ ਹੈ। ਇਸ ਲਈ ਇੱਥੇ ਇਹ m ਹੈ ਇਹ dx ਅਤੇ n xy ਨਾਲ ਇੱਥੇ ਸਿਰਫ ਇੱਕ ਹੈ ਅਤੇ ਫਿਰ ਰਾਈਟ ਹੈਂਡ ਸਾਈਡ ਵੱਲ ਸਿਫਰ ਦੀ ਬਜਾਏ ਸਾਡੇ ਕੋਲ qx dx ਦਾ ਜੋੜ ਫੰਕਸ਼ਨ ਹੈ। ਤਾਂ ਇੰਪੋਰਟੈਂਟ ਪੁਆਇੰਟ ਇੱਥੇ ਹੈ ਕਿ ਇਹ m dx plus n dy ਹੈ। ਸਵਾਲ ਹੈ ਜੇ ਅਸੀਂ ਪਤਾ ਲਗਾ ਸਕਦੇ ਇੱਥੇ ਵਾਸਤੇ ਇੱਥੇ ਇੱਕ ਇੰਟੀਗ੍ਰੇਟਿੰਗ ਫੈਕਟਰ ਹੈ ਤਾਂ ਕਿ ਜੇਕਰ ਅਸੀਂ ਉਸ ਮਲਟੀਪਲਾਈ ਬਾਏ ਇੰਟੀਗ੍ਰੇਟਿੰਗ ਫੈਕਟਰ ਕਰੀਏ ਤਾਂ ਸਾਨੂੰ ਇਸ ਇਕੁਏਸ਼ਨ ਦੇ ਲੈਫਟ ਹੈਂਡ ਸਾਈਡ ਦਾ ਕੁੱਲ ਡਿਫਰੈਂਸ਼ੀਅਲ ਪ੍ਰਾਪਤ ਹੁੰਦਾ ਹੈ। ਤਾਂ ਚਲੋ ਇਸ ਨੂੰ ਵੇਖਦੇ ਹਾਂ। ਇਸ ਲਈ mpy ਅਤੇ ਇਹ n ਇਸ dy ਦਾ ਕੋਫੀਸ਼ੀਐਂਟ ਹੈ ਅਤੇ ਜੇਕਰ ਅਸੀਂ ਕੰਪਿਊਟ ਕਰਦੇ ਹਾਂ ਕਿ ਇਹ 1 ਤੋਂ ਵੱਧ ਹੈ ਅਤੇ dm del y del m del y ਮਾਈਨਸ n del x ਇਹ ਟਰਮ ਇਸ ਲਈ ਸਾਨੂੰ ਕੀ ਪ੍ਰਾਪਤ ਹੋ ਰਿਹਾ ਹੈ ਸਿਰਫ ਫੰਕਸ਼ਨ p ਜੋ ਕਿ ਇਕੱਲੇ x ਦਾ ਫੰਕਸ਼ਨ ਹੈ। ਤਾਂ ਇੱਥੇ ਕੀ ਪੁਆਇੰਟ ਹੈ ਅਸੀਂ ਇਸ ਦੀ ਵਰਤੋਂ ਕਰ ਸਕਦੇ ਹਾਂ। ਹੁਣ ਆਈਡੀਆ ਜੋ ਪਹਿਲੀ ਸਲਾਈਡ ਤੇ ਸਮਝਾਇਆ ਗਿਆ ਸੀ ਜਦੋਂ ਇਹ x ਦਾ ਇੱਕ ਫੰਕਸ਼ਨ ਹੈ ਤਾਂ ਸਾਡੇ ਕੋਲ ਇੰਟੀਗ੍ਰੇਟਿੰਗ ਫੈਕਟਰ ਹੈ। ਇਸ m dx ਅਤੇ dy ਟਰਮ ਵਾਸਤੇ ਇੰਟੀਗ੍ਰੇਟਿੰਗ ਫੈਕਟਰ ਕੀ ਹੈ। ਇੰਟੀਗ੍ਰੇਟਿੰਗ ਫੈਕਟਰ ਇਸ ਇੰਟੀਗਰਲ p dx ਦਾ ਐਕਸਪੋਨੈਂਸ਼ੀਅਲ ਹੋਵੇਗਾ।
ਇਸ ਲਈ ਸਾਡੇ ਕੋਲ ਇਹ ਡਿਫਰੈਂਸ਼ੀਅਲ ਇਕੁਏਸ਼ਨ ਹੈ। ਸਾਡੇ ਕੋਲ ਇੱਥੇ ਇੰਟੀਗਰੇਟਿੰਗ ਫੈਕਟਰ ਹੈ ਪਾਵਰ p dx, ਜਿਸ ਤੋਂ ਭਾਵ ਹੈ ਕਿ ਜੇਕਰ ਅਸੀਂ ਇਸ ਇੰਟੀਗਰੇਟਿੰਗ ਫੈਕਟਰ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਇਹ ਇਕੁਏਸ਼ਨ, ਜਿਸ ਤੋਂ ਭਾਵ ਹੈ e ਪਾਵਰਸ ਸਕੁਏਅਰ ਰੂਟ p dx, ਹੁਣ ਇੱਥੇ ਵੀ ਇਸ ਸ਼ਬਦ ਵਿੱਚ ਅਤੇ ਰਾਈਟ ਹੈਂਡ ਸਾਈਡ ਵਿਖਾਈ ਦੇ ਰਿਹਾ ਹੈ। ਹੁਣ ਇਹ ਹਿੱਸਾ ਇੱਥੇ ਲੈਫਟ ਹੈਂਡ ਸਾਈਡ ਨੂੰ ਕਿਸੇ ਫੰਕਸ਼ਨ ਦਾ ਡਿਫਰੈਂਸ਼ੀਅਲ ਹੋਣਾ ਚਾਹੀਦਾ ਹੈ। f(x, y) ਇੱਥੇ ਮਲਟੀਪਲੀਕੇਸ਼ਨ ਤੋਂ ਬਾਅਦ ਪੁਆਇੰਟ ਹੈ। ਇਹ x, y ਦੇ ਕਿਸੇ ਫੰਕਸ਼ਨ ਦਾ ਕੁੱਲ ਡਿਫਰੈਂਸ਼ੀਅਲ ਬਣ ਜਾਵੇਗਾ। ਇਸ ਲਈ ਇੱਥੇ ਹੁਣ ਇਹ ਕਲੀਅਰ ਹੈ ਕਿ ਇਹ ਟਰਮ ਲੈਫਟ ਹੈਂਡ ਸਾਈਡ ਵੱਲ ਇਸ ਪਾਵਰ ਦੇ ਡਿਫਰੈਂਸ਼ੀਅਲ ਤੋਂ ਇਲਾਵਾ ਕੁਝ ਨਹੀਂ ਹੈ। ਐਕਸਪੋਨੈਂਸ਼ੀਅਲ p a x y, ਇਹ ਡਿਫਰੈਂਸ਼ੀਅਲ ਇੱਥੇ ਕਿਉਂ ਹੈ? ਇਸ ਲਈ ਜੇਕਰ ਅਸੀਂ ਇਸ ਪਾਵਰ p dx ਅਤੇ y ਨੂੰ ਕੰਪਿਊਟ ਕਰਦੇ ਹਾਂ ਤਾਂ ਡਿਫਰੈਂਸ਼ੀਅਲ ਪਰਿਭਾਸ਼ਾ ਇਸ ਦਿੱਤੇ ਗਏ ਫੰਕਸ਼ਨ ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਹੈ। ਅਤੇ ਫਿਰ dx ਪਲਸ ਦੁਬਾਰਾ ਦਿੱਤੇ ਗਏ ਫੰਕਸ਼ਨ ਦੇ y ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਹੈ। ਅਤੇ ਫਿਰ dy ਤਾਂ ਇੱਥੇ ਅਸੀਂ ਇਹ ਪਾਰਸ਼ਲ ਡੈਰੀਵੇਟਿਵ ਸਿਰਫ x ਦੇ ਸੰਬੰਧ ਵਿੱਚ ਪ੍ਰਾਪਤ ਕਰਨਾ ਹੈ। ਇਸ ਲਈ y ਨੂੰ ਸਿਰਫ ਇੱਕ ਕੌਨਸਟੈਂਟ ਵਜੋਂ ਲਿਆ ਜਾਵੇਗਾ। ਇਸ ਲਈ ਇਸ ਪਾਵਰ ਦਾ ਐਕਸਪੋਨੈਂਸ਼ੀਅਲ ਇੰਟੀਗਰਲ p dx ਹੈ ਤਾਂ ਐਕਸਪੋਨੈਂਸ਼ੀਅਲ ਡਿਫਰੈਂਸ਼ੀਅਲ ਵੀ ਹੋਵੇਗਾ, ਡੈਰੀਵੇਟਿਵ ਸਿਰਫ ਐਕਸਪੋਨੈਂਸ਼ੀਅਲ ਹੋਵੇਗਾ। ਅਤੇ ਫਿਰ x ਦੇ ਸੰਬੰਧ ਵਿੱਚ ਇਸ ਇੰਟੀਗਰਲ p dx ਦਾ ਡੈਰੀਵੇਟਿਵ ਅਤੇ ਉਹ p ਵਜੋਂ ਆ ਜਾਵੇਗਾ। ਅਤੇ ਇੱਥੇ y ਦੇ ਸੰਬੰਧ ਵਿੱਚ ਵੀ ਹੁਣ ਇੰਟੀਗਰੇਟ ਕਰਦੇ ਹੋ ਤਾਂ ਇਹ 1 ਹੋ ਜਾਵੇਗਾ ਅਤੇ ਇਹ ਪਾਵਰ p ਹੈ dx ਰਹੇਗਾ ਅਤੇ ਫਿਰ ਇਹ dy ਟਰਮ ਅਤੇ ਇੱਥੇ ਸਾਡੇ ਕੋਲ dx ਟਰਮ ਹੈ। ਇਸ ਲਈ ਇਹ ਇਸ ਪਾਵਰ ਇੰਟੀਗਰਲ p dx y ਦਾ ਕੁੱਲ ਡਿਫਰੈਂਸ਼ੀਅਲ ਹੈ। ਤਾਂ ਠੀਕ ਇਹੀ ਸਾਡੇ ਕੋਲ ਹੈ p ਇਨਟੂ yp, ਵਿੱਚ y ਇਸ dx ਦਾ ਐਕਸਪੋਨੈਂਸ਼ੀਅਲ ਟਰਮ ਅਤੇ e ਪਾਵਰ p dx ਇਸ y e ਪਾਵਰ dx ਨਾਲ ਇਸ d ਟਰਮ ਨਾਲ। ਇਸ ਲਈ ਇਹ ਫੰਕਸ਼ਨ ਦਾ ਕੁੱਲ ਡਿਫਰੈਂਸ਼ੀਅਲ ਹੈ e ਪਾਵਰ p dx ਇਨਟੂ y। ਅਤੇ ਫਿਰ ਸਾਡੇ ਕੋਲ ਇਹ ਰਾਈਟ ਹੈਂਡ ਸਾਈਡ ਹੈ ਕਿਉਂਕਿ ਇਹ q ਇੱਕ ਐਕਸਪੋਨੈਂਸ਼ੀਅਲ e ਪਾਵਰ p dx ਅਤੇ dx ਹੈ। ਤਾਂ ਹੁਣ ਪੁਆਇੰਟ ਕੀ ਹੈ ਕਿ ਅਸੀਂ ਇਸ ਇਕੁਏਸ਼ਨ ਨੂੰ ਆਸਾਨੀ ਨਾਲ ਇੰਟੀਗਰੇਟ ਕਰ ਸਕਦੇ ਹਾਂ ਕਿਉਂਕਿ ਲੈਫਟ ਹੈਂਡ ਸਾਈਡ ਸਾਡੇ ਕੋਲ ਇਹ ਡਿਫਰੈਂਸ਼ੀਅਲ ਹੈ e ਪਾਵਰ p dx y ਅਤੇ ਰਾਈਟ ਹੈਂਡ ਸਾਈਡ ਸਾਡੇ ਕੋਲ x ਦਾ ਕੁਝ ਫੰਕਸ਼ਨ ਹੈ। ਇਸ ਲਈ ਇਸ ਨੂੰ ਇੰਟੀਗਰੇਟ ਕਰਦੇ ਸਮੇਂ ਅਸੀਂ ਇੱਥੇ ਪ੍ਰਾਪਤ ਕਰਾਂਗੇ ਜਦੋਂ ਅਸੀਂ e ਪਾਵਰ p dx y ਨੂੰ ਇੰਟੀਗਰੇਟ ਕਰਦੇ ਹਾਂ ਅਤੇ ਰਾਈਟ ਹੈਂਡ ਸਾਈਡ ਜਦੋਂ ਅਸੀਂ ਇੰਟੀਗਰੇਟ ਕਰਦੇ ਹਾਂ ਤਾਂ ਸਾਡੇ ਕੋਲ q ਹੁੰਦਾ ਹੈ ਅਤੇ ਇਹ ਇੰਟੀਗਰੇਟਿੰਗ ਫੈਕਟਰ dx ਅਤੇ ਸਾਡੇ ਕੋਲ ਇਹ ਇੰਟੀਗਰੇਸ਼ਨ ਦਾ ਇੱਕ ਕੌਨਸਟੈਂਟ ਹੈ। ਇਸ ਲਈ ਇਹ ਇਸ ਦਿੱਤੇ ਗਏ ਇਕੁਏਸ਼ਨ ਦਾ ਸੋਲਿਊਸ਼ਨ ਦਿੱਤਾ ਗਿਆ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਹੈ। ਅਤੇ ਇਹ ਇੰਟੀਗਰੇਟਿੰਗ ਬਹੁਤ ਆਸਾਨ ਹੈ ਕਿ ਅਸੀਂ ਇਸ ਇੰਟੀਗਰੇਟਿੰਗ ਫੈਕਟਰ ਨਾਲ y ਮਲਟੀਪਲਾਈਡ ਕਰਕੇ ਲਿਖਦੇ ਹਾਂ ਜਿਸ ਦਾ ਅਸੀਂ ਮੁਲਾਂਕਣ ਕਰਨਾ ਹੈ। ਅਤੇ ਇਹ ਇੰਟੀਗਰੇਟਿੰਗ ਫੈਕਟਰ ਕੀ ਹੈ? ਇਹ ਐਕਸਪੋਨੈਂਸ਼ੀਅਲ p dx ਤੋਂ ਇਲਾਵਾ ਕੁਝ ਨਹੀਂ ਹੈ। ਇਸ ਲਈ ਇਹ ਇੰਟੀਗਰੇਟਿੰਗ ਫੈਕਟਰ ਜਿਸ ਨੂੰ ਅਸੀਂ y ਇਨਟੂ ਇਸ ਇੰਟੀਗਰੇਟਿੰਗ ਫੈਕਟਰ ਵਿੱਚ ਲਿਖਦੇ ਹਾਂ ਉਹ ਇੰਟੀਗਰਲ q ਦੇ ਇਕੁਅਲ ਹੁੰਦਾ ਹੈ ਜੋ ਇਸ ਇੰਟੀਗਰੇਸ਼ਨ ਫੈਕਟਰ ਵਿੱਚ ਲੀਨੀਅਰ ਇਕੁਏਸ਼ਨ ਦੇ ਰਾਈਟ ਹੈਂਡ ਸਾਈਡ ਹੁੰਦਾ ਹੈ। ਅਤੇ ਸਾਨੂੰ ਇੱਥੇ ਇੰਟੀਗਰੇਟ ਕਰਨ ਦੀ ਲੋੜ ਹੈ ਅਤੇ ਨਾਲ ਹੀ ਪਲੱਸ ਇੱਕ ਇੰਟੀਗਰੇਸ਼ਨ ਦਾ ਕੌਨਸਟੈਂਟ c ਹੈ। ਇਸ ਲਈ ਇਹ ਉਹ ਫਾਰਮੂਲਾ ਹੈ ਜਿਸ ਦੀ ਵਰਤੋਂ ਲੀਨੀਅਰ ਇਕੁਏਸ਼ਨ ਦਾ ਸੋਲਿਊਸ਼ਨ ਪ੍ਰਾਪਤ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ਲਈ ਇਹ q ਪਹਿਲਾਂ ਤੋਂ ਹੀ ਰਾਈਟ ਹੈਂਡ ਸਾਈਡ ਆ ਰਿਹਾ ਹੈ ਜੋ ਇਕੁਏਸ਼ਨ ਵੀ c ਅਤੇ p ਇੱਥੇ ਇੰਟੀਗਰੇਸ਼ਨ ਫੈਕਟਰ ਵਿੱਚ ਆਉਂਦਾ ਹੈ ਅਤੇ ਫਿਰ ਅਸੀਂ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਲਿਖ ਸਕਦੇ ਹਾਂ। ਤਾਂ ਹੁਣ ਨੋਟ ਕਰੋ ਕਿ ਕਦੇ-ਕਦੇ ਇਸ ਵਜੋਂ ਇੱਕ ਡਿਫਰੈਂਸ਼ੀਅਲ ਇਕੁਏਸ਼ਨ ਨਹੀਂ ਰੱਖਿਆ ਜਾ ਸਕਦਾ ਹੈ ਜਿੱਥੇ d ਬਟਾ dx ਪਲੱਸ px y q x ਦੇ ਇਕੁਅਲ ਹੈ, ਜਿਸ ਤੋਂ ਭਾਵ ਹੈ ਇਸ ਇਕੁਏਸ਼ਨ ਨੂੰ y ਵਿੱਚ ਲੀਨੀਅਰ ਇਕੁਏਸ਼ਨ ਵਜੋਂ ਲਿਖਣਾ ਸੰਭਵ ਨਹੀਂ ਹੋ ਸਕਦਾ ਹੈ। ਇਹ y ਵਿੱਚ ਲੀਨੀਅਰ ਇਕੁਏਸ਼ਨ ਹੈ, ਸਟੈਂਡਰਡ ਇਕੁਏਸ਼ਨ ਹੈ ਜੋ ਅਸੀਂ ਪਹਿਲਾਂ ਕੰਸੀਡਰ ਕੀਤਾ ਹੈ, ਪਰ ਇਕੁਏਸ਼ਨ ਨੂੰ ਇੱਥੇ dx ਬਟਾ dy ਪਲੱਸ p ਇੱਕ y x q ਇੱਕ y ਦੇ ਇਕੁਅਲ ਹੈ। ਅਰਥ ਇਹ ਹੈ ਕਿ ਇਕੁਏਸ਼ਨ ਲਿਖਣ ਦੀ ਬਜਾਏ ਜੋ y ਵਿੱਚ ਲੀਨੀਅਰ ਹੈ ਜੋ ਸੰਭਵ ਨਹੀਂ ਹੋ ਸਕਦਾ ਹੈ, ਪਰ ਅਸੀਂ ਇਹ ਸੰਭਾਵਨਾ ਵੀ ਵੇਖਣੀ ਹੈ ਕਿ ਦਿੱਤੇ ਗਏ ਇਕੁਏਸ਼ਨ ਨੂੰ y ਦੀ ਬਜਾਏ x ਵਿੱਚ ਲੀਨੀਅਰ ਇਕੁਏਸ਼ਨ ਵਜੋਂ ਲਿਖਿਆ ਜਾ ਸਕਦਾ ਹੈ।
ਅਤੇ ਇੱਕ ਵਾਰ ਜਦੋਂ ਅਸੀਂ ਇਸ ਇਕੁਏਸ਼ਨ ਨੂੰ ਲਿਖ ਲੈਂਦੇ ਹਾਂ ਤਾਂ ਹੁਣ ਅਸੀਂ ਇਸ x ਨੂੰ ਉਦਾਂ ਹੀ ਮੰਨਾਂਗੇ ਜਿਵੇਂ ਅਸੀਂ ਵਿਵਹਾਰ ਕੀਤਾ ਹੈ। y ਪਹਿਲਾਂ ਅਤੇ ਕਿਉਂਕਿ ਇਹ x ਵਿੱਚ ਲੀਨੀਅਰ ਇਕੁਏਸ਼ਨ ਹੈ ਅਤੇ ਅਸੀਂ ਸੋਲਿਊਸ਼ਨ ਜਾਣਦੇ ਹਾਂ ਇਸ ਲਈ ਸਾਨੂੰ ਇੰਟੀਗ੍ਰੇਟਿੰਗ ਫੈਕਟਰ ਲਿਖਣਾ ਹੋਵੇਗਾ, ਜਿੱਥੇ p ਇੱਕ y ਹੁਣ ਉੱਥੇ ਐਕਸਪੋਨੈਂਸ਼ੀਅਲ ਵਿੱਚ ਇੰਟੀਗਰਲ ਦੇ ਤਹਿਤ ਆਵੇਗਾ। ਅਤੇ ਫਿਰ ਸੋਲਿਊਸ਼ਨ ਬਿਲਕੁਲ ਉਹੀ ਫਾਰਮੂਲਾ ਜਿਸ ਦੀ ਵਰਤੋਂ ਅਸੀਂ ਪਹਿਲਾਂ ਕੀਤੀ ਹੈ ਪਰ ਹੁਣ ਸਾਡੇ ਕੋਲ x ਇਨਟੂ ਇੰਟੀਗ੍ਰੇਟਿੰਗ ਫੈਕਟਰ ਹਨ। ਅਤੇ ਰਾਈਟ ਹੈਂਡ ਸਾਈਡ ਇਹ q1y ਦੁਬਾਰਾ ਇੰਟੀਗ੍ਰੇਟਿੰਗ ਫੈਕਟਰ ਹੈ ਅਤੇ ਇਸ ਨੂੰ y ਉੱਤੇ ਇੰਟੀਗ੍ਰੇਟਿਡ ਕਰਨ ਦੀ ਲੋੜ ਹੈ ਅਤੇ ਪਲੱਸ ਇਹ ਕੋਨਸਟੈਂਟ c ਕੋਨਸਟੈਂਟ ਦਾ ਇੰਟੀਗ੍ਰੇਸ਼ਨ। ਇਸ ਲਈ ਸਾਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਦਿੱਤੇ ਗਏ ਡਿਫਰੈਂਸ਼ੀਅਲ ਇਕੁਏਸ਼ਨ ਨੂੰ y ਵਿੱਚ ਲੀਨੀਅਰ ਇਕੁਏਸ਼ਨ ਵਜੋਂ ਨਹੀਂ ਦਿੱਤਾ ਜਾ ਸਕਦਾ ਹੈ। ਪਰ ਜੇਕਰ ਅਸੀਂ ਨੇੜਿਓਂ ਵੇਖੀਏ ਤਾਂ ਸ਼ਾਇਦ ਅਸੀਂ ਇਸ x ਵਿੱਚ ਲੀਨੀਅਰ ਇਕੁਏਸ਼ਨ ਵਜੋਂ ਲਿਖ ਸਕਦੇ ਹਾਂ। ਅਤੇ ਫਿਰ ਅਸੀਂ ਫਿਰ ਤੋਂ ਉਸੇ ਤੇ ਵਿਚਾਰ ਦੀ ਵਰਤੋਂ ਕਰ ਸਕਦੇ ਹਾਂ ਜਿਸ ਵਿੱਚ ਇੰਟੀਗ੍ਰੇਟਿੰਗ ਫੈਕਟਰ ਹੋਵੇ ਅਤੇ ਫਿਰ ਸੋਲਿਊਸ਼ਨ ਲਿਖਣਾ। ਇਸ ਲਈ ਇੱਥੇ ਉਦਾਹਰਣ ਉਦਾਹਰਣ ਨੰਬਰ 1 ਰਾਹੀਂ ਜਾਣ ਤੇ, ਅਸੀਂ ਕੰਸੀਡਰ ਕਰਦੇ ਹਾਂ ਕਿ 1 ਪਲੱਸ x dx ਤੇ ਸਕੁਏਰ dy, ਪਲੱਸ 2xy ਮਾਈਨਸ 4, x ਇੱਕ ਸਕੁਏਰ ਹੈ ਜੋ 0 ਦੇ ਇਕੁਅਲ ਹੈ ਇਸ ਲਈ ਅਸੀਂ ਪਹਿਲਾਂ ਇਨਟੂ ਇਸ ਨੂੰ, ਜਿਸ ਰੂਪ ਵਿੱਚ ਅਸੀਂ ਚਰਚਾ ਕੀਤੀ ਹੈ ਕਿ dy ਬਟਾ dx ਇਸ ਲਈ ਸਟੈਂਡਰਡ ਫਾਰਮ ਨੂੰ ਆਮ ਤੌਰ ਤੇ ਅਸੀਂ dy ਬਟਾ dx ਪਲੱਸ ਵਜੋਂ ਕੰਸੀਡਰ ਕਰਦੇ ਹਾਂ ਅਤੇ ਇਹ px ਇਨਟੂ y ਦਾ ਫੰਕਸ਼ਨ ਹੈ, ਅਤੇ ਇਸ qx ਦੇ ਇਕੁਅਲ ਹੈ। ਇਸ ਲਈ ਇਨਟੂ ਇਸ ਨੂੰ ਸਟੈਂਡਰਡ ਫਾਰਮ ਮਤਲਬ ਰੱਖਿਆ ਜਾਵੇਗਾ ਕਿ ਸਾਨੂੰ ਇਸ ਨੂੰ 1 ਪਲੱਸ x ਸਕੁਏਰ ਨਾਲ ਡਿਵਾਈਡ ਕਰਨ ਦੀ ਲੋੜ ਹੈ, ਅਤੇ x ਸਕੁਏਰ ਲਈ ਇਹ ਮਾਈਨਸ ਸਾਨੂੰ ਰਾਈਟ ਹੈਂਡ ਸਾਈਡ ਲੈ ਕੇ ਜਾ ਸਕਦਾ ਹੈ। ਇਸ ਤੋਂ ਭਾਵ ਇੱਥੇ ਇਕੁਏਸ਼ਨ ਹੈ ਇਸ ਨੂੰ ਡਿਵਾਈਡਿੰਗ ਬਾਈ dy ਬਟਾ dx ਪਲੱਸ ਇਸ ਨੂੰ x ਡਿਵਾਈਡਿੰਗ ਬਾਈ 1 ਪਲੱਸ x ਸਕੁਏਰ y ਨਾਲ ਅਤੇ ਰਾਈਟ ਹੈਂਡ ਸਾਈਡ 4x ਦੇ ਸਕੁਏਰ ਬਟਾ 1 ਪਲੱਸ x ਦੇ ਸਕੁਏਰ। ਇਸ ਲਈ ਇਹ ਇਕੁਏਸ਼ਨ ਅਸਲ ਵਿੱਚ y ਵਿੱਚ ਲੀਨੀਅਰ ਫਾਰਮ ਤੇ ਲੀਨੀਅਰ ਹੈ ਕਿਉਂਕਿ ਸਾਡੇ ਇੱਥੇ y ਟਰਮ ਹੈ ਅਤੇ y ਟਰਮ ਵੀ ਹੈ। ਸਿਰਫ x ਦੇ ਫੰਕਸ਼ਨ ਇਹ ਰਾਈਟ ਹੈਂਡ ਸਾਈਡ ਤੋਂ ਸਟੈਂਡਰਡ ਫਾਰਮ ਵਿੱਚ px ਵਾਂਗ ਹੈ qx ਨਾਲ ਅਨੁਸਾਰੀ ਹੈ। ਹੁਣ ਕਿਉਂਕਿ ਇਹ ਇਕੁਏਸ਼ਨ y ਵਿੱਚ ਲੀਨੀਅਰ ਹੈ, ਅਸੀਂ ਇਸ ਦੇ ਇੰਟੀਗ੍ਰੇਟਿੰਗ ਫੈਕਟਰ ਨੂੰ ਲਿਖ ਸਕਦੇ ਹਾਂ। ਤਾਂ ਇੰਟੀਗ੍ਰੇਟਿੰਗ ਫੈਕਟਰ ਇੰਟੀਗਰਲ ਦਾ ਐਕਸਪੋਨੈਂਸ਼ੀਅਲ ਹੋਵੇਗਾ ਅਤੇ ਇਹ p dx ਹੈ ਇਸ ਲਈ p 2x ਬਟਾ 1 ਪਲੱਸ x s ਸਕੁਏਰ। ਅਤੇ ਹੁਣ ਇਹ ਇੱਥੇ ਕੀ ਹੈ ਇਹ 1 ਪਲੱਸ x s ਦਾ ਸਕੁਏਰ ਟਰਮ ਡਿਫਰੈਂਸ਼ੀਅਲ ਇੱਥੇ 2x ਵਜੋਂ ਹੈ। ਇਸ ਲਈ ਇਹ ਕੁਝ ਨਹੀਂ ਹੈ ਪਰ ਐਲਗੋਰਿਦਮ 1 ਪਲੱਸ x s ਦੇ ਸਕੁਏਰ ਦਾ ਐਲਗੋਰਿਦਮ। ਤਾਂ ਇਹ ਸਾਡੇ ਕੋਲ ln 1 ਪਲੱਸ x s ਸਕੁਏਰ ਦਾ ਐਕਸਪੋਨੈਂਸ਼ੀਅਲ ਹੈ ਜੋ ਕਿ 1 ਪਲੱਸ x s ਦੇ ਸਕੁਏਰ ਦੇ ਇਕੁਅਲ ਹੈ, ਕਿਉਂਕਿ ਐਕਸਪੋਨੈਂਸ਼ੀਅਲ ਐਲਗੋਰਿਦਮ ਨੂੰ ਕੈਂਸਲ ਕਰ ਦੇਵੇਗਾ। ਇਸ ਲਈ ਅਸੀਂ ਸਾਡੇ ਕੋਲ 1 ਪਲੱਸ x s ਸਕੁਏਰ ਹੈ ਜਿੱਥੇ ਇੰਟੀਗ੍ਰੇਟਿੰਗ ਫੈਕਟਰ ਵਜੋਂ ਹੈ। ਇਸ ਲਈ ਹੁਣ ਇਹ ਇੰਟੀਗ੍ਰੇਟਿੰਗ ਫੈਕਟਰ ਪਲੱਸ x s ਸਕੁਏਰ ਹੋਣ ਤੇ ਅਸੀਂ ਸਿੱਧਾ ਫਾਰਮੂਲੇ ਦੀ ਵਰਤੋਂ ਕਰ ਸਕਦੇ ਹਾਂ ਸੋਲਿਊਸ਼ਨ ਲਿਖਣ ਵਾਸਤੇ, ਜਾਂ ਅਸੀਂ ਇਸ 1 ਪਲੱਸ x s ਸਕੁਏਰ ਦੁਆਰਾ ਦਿੱਤੀ ਗਈ ਇਕੁਏਸ਼ਨ ਨੂੰ ਮਲਟੀਪਲਾਈ ਕਰ ਸਕਦੇ ਹਾਂ ਅਤੇ ਫਿਰ ਅਸੀਂ ਕੁਝ ਫੰਕਸ਼ਨ ਦੇ ਕੁੱਲ ਡਿਫਰੈਂਸ਼ੀਅਲ ਵਜੋਂ ਲੈਫਟ ਹੈਂਡ ਸਾਈਡ ਵੇਖ ਸਕਦੇ ਹਾਂ। ਇਸ ਲਈ ਸੋਲਿਊਸ਼ਨ c y ਇਨਟੂ ਇੰਟੀਗ੍ਰੇਟਿੰਗ ਫੈਕਟਰ q ਇਨਟੂ ਦੇ ਇੰਟੀਗ੍ਰੇਟਿੰਗ ਫੈਕਟਰ ਦੇ ਰਾਈਟ ਹੈਂਡ ਸਾਈਡ ਦੇ ਇਕੁਅਲ ਹੈ, ਅਤੇ ਸਾਨੂੰ ਇਸ dx ਪਲੱਸ ਇਹ ਕੋਨਸਟੈਂਟ c a ਨੂੰ ਇੰਟੀਗ੍ਰੇਟ ਕਰਨ ਦੀ ਲੋੜ ਹੈ ਤਾਂ ਕਿ ਇੱਥੇ y ਇਨਟੂ ਇੰਟੀਗ੍ਰੇਟਿੰਗ ਫੈਕਟਰ ਜੋ ਕਿ 1 ਪਲੱਸ x s ਸਕੁਏਰ qx ਦੇ ਇਕੁਅਲ ਹੈ 4x ਸਕੁਏਰ ਨੂੰ 1 ਪਲੱਸ x ਦੇ ਸਕੁਏਰ ਨਾਲ ਡਿਵਾਈਡ ਕੀਤਾ ਜਾਂਦਾ ਹੈ। ਇਸ ਲਈ ਇਹ 1 ਪਲੱਸ x ਦੇ ਸਕੁਏਰ ਦੇ ਇੰਟੀਗ੍ਰੇਟਿੰਗ ਫੈਕਟਰ ਨਾਲ ਕੈਂਸਲ ਕਰ ਦਿੱਤਾ ਜਾਵੇਗਾ। 4x s ਸਕੁਏਰ dx ਪਲੱਸ c ਪ੍ਰਾਪਤ ਹੋਵੇਗਾ। ਅਤੇ ਹੁਣ ਇੱਥੇ ਫਿਰ ਤੋਂ 1 ਪਲੱਸ x s ਸਕੁਏਰ ਇਨਟੂ y ਇਸ 4 ਬਟਾ 3 x ਕਿਊਬ ਦੇ ਇਕੁਅਲ ਹੈ, ਅਤੇ ਪਲੱਸ ਇਹ ਕੋਨਸਟੈਂਟ ਟਰਮ c, ਅਤੇ ਇਹ ਕਿ ਇਸ ਇੰਟੀਗ੍ਰੇਟਿੰਗ ਫੈਕਟਰ ਦੀ ਸਹਾਇਤਾ ਨਾਲ ਦਿੱਤੇ ਗਏ ਡਿਫਰੈਂਸ਼ੀਅਲ ਇਕੁਏਸ਼ਨ ਦਾ ਇਹ ਸੋਲਿਊਸ਼ਨ ਹੈ। ਅਸੀਂ ਇੱਕ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਉਦੋਂ ਤੱਕ ਕੰਪਿਊਟ ਕਰ ਸਕਦੇ ਹਾਂ ਜਦੋਂ ਤੱਕ ਇਹ p ਹੈ, ਅਤੇ ਤੁਹਾਡੇ ਕੋਲ ਕੁਝ ਸਿੰਪਲ ਫੰਕਸ਼ਨ ਹਨ ਜਿੱਥੇ ਅਸੀਂ ਇੰਟੀਗ੍ਰੇਟ ਕਰ ਸਕਦੇ ਹਾਂ ਅਤੇ ਇੰਟੀਗ੍ਰੇਟਿੰਗ ਫੈਕਟਰ ਲੱਭ ਸਕਦੇ ਹਾਂ। ਅਗਲਾ ਉਦਾਹਰਣ ਇੱਥੇ ਸਾਡੇ ਕੋਲ x ਪਲੱਸ 2y ਕਿਊਬ ਹੈ ਅਤੇ dy ਬਟਾ dx ਇਕੁਅਲ y ਹੈ। ਤਾਂ ਅਸੀਂ ਕੀ ਵੇਖਦੇ ਹਾਂ ਕਿਉਂਕਿ y ਕਿਊਬ ਇੱਥੇ ਫਿਰ ਤੋਂ ਆ ਰਿਹਾ ਹੈ ਤਾਂ ਯਕੀਨੀ ਤੌਰ ਤੇ ਵਿਚਾਰ ਇਹ ਹੈ ਕਿ ਅਸੀਂ y ਇਨਟੂ ਇੱਕ ਲੀਨੀਅਰ ਫਾਰਮ ਵਿੱਚ ਨਹੀਂ ਪਾ ਸਕਦੇ ਹਾਂ ਪਰ ਅਸੀਂ ਇਸ ਇਕੁਏਸ਼ਨ ਨੂੰ x ਵਿੱਚ ਇੱਕ ਲੀਨੀਅਰ ਇਕੁਏਸ਼ਨ ਵਜੋਂ ਲਿਖਣ ਦੀ ਕੋਸ਼ਿਸ਼ ਕਰ ਸਕਦੇ ਹਾਂ।
ਅਤੇ ਫਿਰ ਅਸੀਂ ਇਸ ਨੂੰ dx ਬਟਾ dy ਵਜੋਂ ਫਿਰ ਤੋਂ ਲਿਖਣਾ ਹੋਵੇਗਾ ਤਾਂ ਕਿ ਰਾਈਟ ਹੈਂਡ ਸਾਈਡ ਜਾਓ ਸਾਡੇ ਕੋਲ dx ਅਤੇ ਮਾਈਨਸ ਦਾ dx ਹੈ। ਇਹ x ਟਰਮ ਇੱਥੇ ਹੈ ਅਤੇ ਫਿਰ ਅਸੀਂ ਇੱਥੇ y ਨਾਲ ਵੀ ਡਿਵਾਈਡ ਕਰਨ ਦੀ ਲੋੜ ਹੈ, ਇਸ ਲਈ ਇੱਕ y ਟਰਮ ਹੋਵੇਗਾ। x ਅਤੇ ਰਾਈਟ ਹੈਂਡ ਸਾਈਡ ਵੱਲ 2y ਸਕੁਏਅਰ ਹੋਣਗੇ ਜੋ ਅਸੀਂ ਹੁਣੇ ਕੀਤਾ ਹੈ, ਤਾਂ ਸਾਡੇ ਕੋਲ x ਪਲੱਸ 2y ਕਿਊਬ ਹੈ, ਅਤੇ ਫਿਰ ਰਾਈਟ ਹੈਂਡ ਸਾਈਡ ਵਾਂਗ dy ਇਨਟੂ dx ਬਟਾ dy। ਇਸ ਲਈ ਅਸੀਂ y ਨਾਲ ਡਿਵਾਈਡ ਕਰਦੇ ਹਾਂ, ਇਸ ਲਈ ਸਾਨੂੰ ਇੱਥੇ x ਬਟਾ y ਪ੍ਰਾਪਤ ਹੁੰਦਾ ਹੈ, ਅਤੇ ਪਲੱਸ 2y ਸਕੁਏਅਰ, ਅਤੇ ਫਿਰ ਇਹ x ਬਟਾ y ਹੁੰਦਾ ਹੈ। ਅਸੀਂ ਲੈਫਟ ਹੈਂਡ ਸਾਈਡ ਲਈ ਹੈ ਸਾਡੀ ਇਕੁਏਸ਼ਨ dx ਬਟਾ dy ਮਾਈਨਸ ਇਸ 1 ਬਟਾ y ਇਨਟੂ x, ਅਤੇ 2y ਸਕੁਏਅਰ ਹੈ। ਇਹ ਇਕੁਏਸ਼ਨ ਜੋ ਕਿ x ਵਿੱਚ ਲੀਨੀਅਰ ਹੈ ਕਿਉਂਕਿ ਸਾਡੇ ਕੋਲ y ਟਰਮ ਦਾ dx ਹੈ ਅਤੇ x ਇੱਥੇ ਰਾਈਟ ਹੈਂਡ ਸਾਈਡ ਹੈ। ਇਸ ਲਈ ਇਹ ਅਨੁਸਾਰੀ ਹੈ ਜੋ ਕਿ p ਹੈ। ਅਤੇ ਇੱਥੇ ਇਹ q ਦੇ ਅਨੁਸਾਰੀ ਹੈ ਜੋ ਸਿਰਫ y ਦੇ ਫੰਕਸ਼ਨ ਹਨ ਜਦੋਂ ਅਸੀਂ ਇਸ ਇਕੁਏਸ਼ਨ ਨੂੰ x ਲੀਨੀਅਰ ਇਕੁਏਸ਼ਨ ਵਿੱਚ ਲਿਖਿਆ ਹੈ। ਇਸ ਲਈ ਸਾਨੂੰ ਉਸ ਵਿਚਾਰ ਦੀ ਵਰਤੋਂ ਕਰਕੇ ਫਿਰ ਤੋਂ ਇੰਟੀਗਰੇਟਿੰਗ ਫੈਕਟਰ ਦੇ ਕੰਪਿਊਟ ਕਰਨ ਦੀ ਲੋੜ ਹੋਵੇਗੀ ਜਿਸ ਨੂੰ ਅਸੀਂ ਪਹਿਲਾਂ ਹੀ ਵਿਕਸਿਤ ਕਰ ਲਿਆ ਹੈ। ਇਸ ਲਈ ਇੰਟੀਗਰਲ ਦਾ ਐਕਸਪੋਨੈਂਸ਼ੀਅਲ ਅਤੇ ਇਹ ਟਰਮ ਇੱਥੇ ਮਾਈਨਸ 1 ਬਟਾ y dy ਹੈ। ਇਸ ਲਈ ਇਸ lny ਲੋਅਰ ਅਰਿਥਮੈਟਿਕ y ਦਾ ਮਾਈਨਸ ਜਾਂ ਇਸ ਮਾਈਨਸ ਨੂੰ ਇੱਥੇ 1 ਬਟਾ y ਲਿਆ ਜਾ ਸਕਦਾ ਹੈ ਅਤੇ ਫਿਰ ਐਕਸਪੋਨੈਂਸ਼ੀਅਲ ਅਤੇ ਇਹ ਲੋਅਰ ਅਰਿਥਮੈਟਿਕ ਕੈਂਸਲ ਹੋ ਜਾਵੇਗਾ ਅਤੇ ਅਸੀਂ y ਬਟਾ ਸਿਰਫ ਇੱਕ ਇੰਟੀਗਰੇਟਿੰਗ ਫੈਕਟਰ ਪ੍ਰਾਪਤ ਕਰਾਂਗੇ। ਇਸ ਲਈ ਇਸ ਇਕੁਏਸ਼ਨ ਲਈ ਇੰਟੀਗਰੇਟਿੰਗ ਫੈਕਟਰ ਹੈ 1 ਬਟਾ y ਹੈ ਅਤੇ ਫਿਰ ਅਸੀਂ ਉਸ ਫਾਰਮੂਲੇ ਦੀ ਵਰਤੋਂ ਕਰ ਸਕਦੇ ਹਾਂ ਜੋ ਕਿ x ਇਨਟੂ ਇਹ ਇੰਟੀਗਰੇਟਿੰਗ ਫੈਕਟਰ ਜੋ ਕਿ 1 ਬਟਾ y ਹੈ y s ਦੇ ਸਕੁਏਅਰ ਰਾਈਟ ਹੈਂਡ ਸਾਈਡ ਦੇ ਇਕੁਅਲ ਹੈ, ਅਤੇ ਫਿਰ ਸਾਡੇ ਕੋਲ ਇਹ ਇੰਟੀਗਰੇਟਿੰਗ ਫੈਕਟਰ ਹੈ ਜੋ 1 ਬਟਾ y ਅਤੇ dy ਹੈ ਅਤੇ ਪਲੱਸ ਇਹ ਇੰਟੀਗਰੇਸ਼ਨ ਦਾ ਇੱਕ ਕੋਨਸਟੈਂਟ ਹੈ, ਤਾਂ ਇੱਥੇ ਇਹ y ਕੈਂਸਲ ਹੋ ਜਾਵੇਗਾ। ਇਸ ਲਈ ਸਾਡੇ ਕੋਲ ਇੱਥੇ 2y ਹੋਣਗੇ ਅਤੇ ਫਿਰ ਇੰਟੀਗਰੇਸ਼ਨ ਸਾਡੇ y s ਸਕੁਏਅਰ ਹੋਵੇਗਾ, ਤਾਂ ਸਾਡੇ ਕੋਲ ਇੱਥੇ x ਬਟਾ y x s ਸਕੁਏਅਰ ਪਲੱਸ c ਦੇ ਇਕੁਅਲ ਹੈ ਅਤੇ ਇਹ ਇਸ ਦਾ ਸੋਲਿਊਸ਼ਨ ਹੈ। ਡਿਫਰੈਂਸ਼ੀਅਲ ਇਕੁਏਸ਼ਨ ਦਿੱਤਾ ਗਿਆ ਹੈ x ਅਤੇ y ਦੇ ਵਿਚਕਾਰ ਰਿਲੇਸ਼ਨ। ਅੱਗੇ ਇਹਨਾਂ ਇਕੁਏਸ਼ਨਾਂ ਬਾਰੇ ਕੰਸੀਡਰ ਕਰਾਂਗੇ ਜੋ ਲੀਨੀਅਰ ਤੌਰ ਤੇ ਘੱਟ ਕਰਨ ਦੇ ਯੋਗ ਹਨ। ਇਸ ਫਾਰਮ ਦਾ ਇਕੁਏਸ਼ਨ f ਟਾਈਮ y ਅਤੇ dy ਬਟਾ dx ਪਲੱਸ p ਅਤੇ f y q y ਦੇ ਇਕੁਅਲ ਹੈ। ਇਸ ਲਈ ਇਹ ਇਕੁਏਸ਼ਨ y ਵਿੱਚ ਲੀਨੀਅਰ ਨਹੀਂ ਹੈ ਕਿਉਂਕਿ ਇਹ f y ਸਿਟਿੰਗ ਹੈ ਅਤੇ ਨਾਲ ਹੀ f y ਦਾ f ਇੱਥੇ ਲੀਨੀਅਰ ਇਕੁਏਸ਼ਨ ਹੈ dy ਬਟਾ dx p y ਇਸ ਦੇ ਇਕੁਅਲ ਹੈ q x। ਪਰ ਅਸੀਂ ਕੀ ਵੇਖਦੇ ਹਾਂ ਕਿ ਜੇਕਰ ਇਸ ਟਰਮ ਦਾ ਡੈਰੀਵੇਟਿਵ ਜੋ ਇੱਥੇ p ਨਾਲ ਹੈ ਇੱਥੇ f ਹੈ, ਅਤੇ ਇਸ ਦਾ ਡੈਰੀਵੇਟਿਵ ਸਿਰਫ ਇਸ dy ਬਟਾ dx ਦੇ ਸਾਹਮਣੇ ਹੈ, ਤਾਂ ਜੇਕਰ ਅਸੀਂ ਕਰ ਸਕਦੇ ਹਾਂ ਇਸ ਰੂਪ ਵਿੱਚ ਸਾਡੇ ਇਕੁਏਸ਼ਨ ਨੂੰ ਪੁੱਲ ਕਰੋ, ਅਸੀਂ ਆਪਣੀ ਇਕੁਏਸ਼ਨ ਨੂੰ ਇਸ ਰੂਪ ਵਿੱਚ ਲਿਖ ਸਕਦੇ ਹਾਂ। ਫਿਰ ਅਸੀਂ ਵੇਖਾਂਗੇ ਕਿ ਇਸ ਨੂੰ ਉਚਿਤ ਸਬਸਟੀਟਿਊਸ਼ਨ ਦੁਆਰਾ ਲੀਨੀਅਰ ਵਿੱਚ ਘਟਾਇਆ ਜਾ ਸਕਦਾ ਹੈ। ਅਤੇ ਤੁਸੀਂ ਇਸ ਨੂੰ ਇੱਥੇ ਕਿਹੜੇ ਸਬਸਟੀਟਿਊਸ਼ਨ ਵਿੱਚ ਕਰਨ ਜਾ ਰਹੇ ਹੋ। ਇਸ ਲਈ ਜੇਕਰ ਅਸੀਂ ਇੱਥੇ f y ਨੂੰ ਸਬਸਟੀਟਿਊਟ ਕਰਦੇ ਹਾਂ ਤਾਂ ਇਹ ਫੰਕਸ਼ਨ ਕੁਝ ਵੇਰੀਏਬਲ ਨਾਮ ਦੇ ਇਕੁਅਲ ਹੈ ਜਿਨ੍ਹਾਂ ਨੂੰ ਅਸੀਂ ਇੰਟਰੋਡਿਊਸਡ ਕੀਤਾ ਹੈ ਜੋ ਕਿ f y v ਦੇ ਇਕੁਅਲ ਹਨ। ਅਤੇ ਫਿਰ ਅਸੀਂ ਜੋ ਪ੍ਰਾਪਤ ਕਰ ਸਕਦੇ ਹਾਂ ਉਹ ਇਹ ਹੈ ਕਿ ਅਸੀਂ f v ਦੇ ਇਸ f ਨੂੰ ਡਿਫਰੈਂਸ਼ੀਏਟ ਕਰਦੇ ਹਾਂ ਤਾਂ f ਦਾ ਡੈਰੀਵੇਟਿਵ y ਦੇ ਸੰਬੰਧ ਵਿੱਚ ਹੈ। ਇਸ ਲਈ f ਪ੍ਰੈਂਕ y ਅਤੇ ਫਿਰ dy ਬਟਾ dx ਰਾਈਟ ਹੈਂਡ ਸਾਈਡ ਦੇ ਇਕੁਅਲ ਹੈ ਜੋ ਕਿ dv ਬਟਾ dx ਹੋਵੇਗਾ। ਅਤੇ ਹੁਣ ਅਸੀਂ ਸਬਸਟੀਟਿਊਟ ਕਰ ਸਕਦੇ ਹਾਂ ਅਤੇ ਇਹੀ ਪੁਆਇੰਟ ਇੱਥੇ ਸੀ ਕਿ ਇਹ f ਪ੍ਰੈਂਕ dy ਬਟਾ dx f ਪ੍ਰੈਂਕ ਦਾ y ਬਟਾ dx ਹੁਣ dv ਬਟਾ dx ਬਣ ਰਿਹਾ ਹੈ। ਵਾਸਤੇ ਇਹ ਟਰਮ dv ਬਟਾ dx ਹੈ ਤਾਂ ਸਾਡੇ ਕੋਲ p ਹੈ ਅਤੇ ਇਹ f y ਵੀ ਹੈ ਅਤੇ q x ਦੇ ਇਕੁਅਲ ਹੈ। ਇਸ ਲਈ ਨਵਾਂ ਇਕੁਏਸ਼ਨ ਜੋ ਇਸ ਸਬਸਟੀਟਿਊਸ਼ਨ ਤੋਂ ਬਾਅਦ ਇਹ ਇਕੁਏਸ਼ਨ dx ਨਾਲ dv ਤੱਕ ਘੱਟ ਹੋ ਸਕਦਾ ਹੈ, ਤਾਂ ਇਹ ਟਰਮ ਇਸ ਡੈਰੀਵੇਟਿਵ dv ਬਟਾ dx ਪਲੱਸ ਇਨਟੂ p ਹੈ। ਇਸ ਲਈ ਸਾਡੇ ਕੋਲ ਇੱਥੇ p ਹੈ ਅਤੇ f y v ਦੀ ਤਰ੍ਹਾਂ ਹੀ ਸਬਸਟੀਟਿਊਟਿਡ ਹੈ ਅਤੇ ਰਾਈਟ ਹੈਂਡ ਸਾਈਡ q ਦੇ ਇਕੁਅਲ ਹੈ ਜੋ ਕਿ ਦਿੱਤਾ ਗਿਆ ਹੈ। ਇਸ ਲਈ ਹੁਣ ਅਸੀਂ ਇੱਥੇ ਇਕੁਏਸ਼ਨ ਨੂੰ ਵੇਖ ਸਕਦੇ ਹਾਂ। ਇਹ ਇਕੁਏਸ਼ਨ ਲੀਨੀਅਰ ਇਕੁਏਸ਼ਨ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਹੈ ਅਤੇ v ਵਿੱਚ ਲੀਨੀਅਰ ਹੈ। ਇਸ ਲਈ ਇਹ ਲੀਨੀਅਰ ਹੈ ਵੇਰੀਏਬਲ v ਵਿੱਚ ਡਿਫਰੈਂਸ਼ੀਅਲ ਇਕੁਏਸ਼ਨ ਹੈ ਜੋ ਕਿ ਅਸੀਂ v ਲਈ ਸੋਲਵ ਕੀਤਾ ਹੈ ਅਤੇ ਫਿਰ ਬਾਅਦ ਵਿੱਚ ਅਸੀਂ ਇਸ v ਨੂੰ f y ਵਜੋਂ ਸਬਸਟੀਟਿਊਟ ਕਰ ਸਕਦੇ ਹਾਂ ਅਤੇ ਅਸੀਂ ਸੋਲਿਊਸ਼ਨ ਨੂੰ y ਅਤੇ x ਵਜੋਂ ਲਿਖ ਸਕਦੇ ਹਾਂ।
ਇੱਕ ਖਾਸ ਕੇਸ ਵਜੋਂ ਇੱਥੇ ਸਾਡੇ ਕੋਲ ਬਰਨੂਲੀ ਇਕੁਏਸ਼ਨ ਹੈ ਅਤੇ ਇਹ ਇੱਕ ਇਕੁਏਸ਼ਨ ਹੈ। ਇਹ dy ਬਟਾ dx ਪਲਸ py ਇਕੁਅਲ qy ਪਾਵਰ n ਵਜੋਂ ਹੈ। ਇਹ ਅਜਿਹੀ ਫਾਰਮ ਹੈ ਜਿਸ ਨੂੰ ਬਰਨੂਲੀ ਦੀ ਇਕੁਏਸ਼ਨ ਕਹਿੰਦੇ ਹਨ। ਇੱਥੇ a p ਅਤੇ q x ਦੇ ਕੋਨਸਟੈਂਟ ਹਨ, ਇਸ ਲਈ ਇਹ x ਦੇ ਫੰਕਸ਼ਨ ਹੋ ਸਕਦੇ ਹਨ, ਅਤੇ ਇਹ n 0 ਅਤੇ 1 ਨੂੰ ਛੱਡ ਕੇ ਇੱਕ ਕੋਨਸਟੈਂਟ ਹੈ, ਇਸ ਲਈ ਇਹ ਇਸ 0 ਅਤੇ 1 ਤੋਂ ਇਲਾਵਾ ਕੋਈ ਹੋਰ ਵੈਲਿਊ ਲੈ ਸਕਦਾ ਹੈ ਅਤੇ ਇਸ ਤਰ੍ਹਾਂ ਦੇ ਇਕੁਏਸ਼ਨ ਨੂੰ ਬਰਨੂਲੀ ਦਾ ਡਿਫਰੈਂਸ਼ੀਅਲ ਇਕੁਏਸ਼ਨ ਕਿਹਾ ਜਾਂਦਾ ਹੈ। ਤਾਂ ਇਹ ਬਰਨੂਲੀ ਦੀ ਡਿਫਰੈਂਸ਼ੀਅਲ ਇਕੁਏਸ਼ਨ ਉਸ ਵਿਚਾਰ ਦਾ ਇੱਕ ਖਾਸ ਕੇਸ ਹੈ ਜਿਸ ਦੀ ਅਸੀਂ ਪਹਿਲਾਂ ਤੋਂ ਚਰਚਾ ਕੀਤੀ ਹੈ ਕਿ ਇਸ ਨੂੰ ਇੱਕ ਉਚਿਤ ਸਬਸਟੀਟਿਊਸ਼ਨ ਦੁਆਰਾ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਵਿੱਚੋਂ ਘਟਾਇਆ ਜਾ ਸਕਦਾ ਹੈ। ਅਸੀਂ ਇਸ ਨੂੰ ਇੱਥੇ ਕਿਵੇਂ ਕਰਦੇ ਹਾਂ? ਇਸ ਲਈ ਜੇਕਰ ਅਸੀਂ ਇਸ y ਪਾਵਰ n ਨੂੰ ਡਿਵਾਈਡ ਕਰਦੇ ਹਾਂ ਤਾਂ ਇਸ ਇਕੁਏਸ਼ਨ ਨੂੰ y ਪਾਵਰ n ਤੇ ਇਹ 1 ਵਜੋਂ ਲਿਖਿਆ ਜਾ ਸਕਦਾ ਹੈ। ਇਹ y ਪਾਵਰ n ਹੈ। ਲੈਫਟ ਹੈਂਡ ਸਾਈਡ ਜਾਓ ਅਤੇ ਫਿਰ ਡਿਨੋਮੀਨੇਟਰ 1 ਬਟਾ y ਪਾਵਰ n, ਫਿਰ ਸਾਡੇ ਕੋਲ dy ਬਟਾ dx, ਫਿਰ p ਅਤੇ ਇਹ y ਪਾਵਰ n ਮਾਈਨਸ ਫਾਰਮ ਹੈ। ਤਾਂ ਇਹ y ਪਹਿਲੇ ਨਾਲ ਹੀ ਸੀ, ਇਸ ਲਈ ਅਸੀਂ ਇੱਥੇ y ਪਾਵਰ n ਮਾਈਨਸ 1 ਪ੍ਰਾਪਤ ਹੁੰਦਾ ਹੈ ਅਤੇ ਇਸ q ਦੇ ਰਾਈਟ ਹੈਂਡ ਸਾਈਡ ਦੇ ਇਕੁਅਲ ਹੈ। ਅਤੇ ਹੁਣ ਇਹ ਠੀਕ ਉਦਾਂ ਦਾ ਹੀ ਹੈ ਜਿਸ ਤੇ ਅਸੀਂ ਪਹਿਲਾਂ ਚਰਚਾ ਕੀਤੀ ਸੀ, ਜੋ ਫੰਕਸ਼ਨ ਸਿਟਿੰਗ ਵਿਦ p ਹੈ। ਇਸ ਦਾ ਡੈਰੀਵੇਟਿਵ ਕਿਸੇ ਤਰ੍ਹਾਂ ਇਸ dy ਦੇ ਫੈਕਟਰ ਬਟਾ dx ਵਜੋਂ ਆ ਰਿਹਾ ਹੈ, ਜਿਸ ਦਾ ਅਰਥ ਹੈ ਕਿ ਜੇਕਰ ਅਸੀਂ ਇਸ ਦੇ 1 ਤੇ ਵੱਧ ਸਬਸਟੀਟਿਊਟ ਕਰਦੇ ਹਾਂ, y ਪਾਵਰ n ਮਾਈਨਸ 1 1 ਬਟਾ y ਪਾਵਰ n ਮਾਈਨਸ 1 ਇੱਥੇ ਫੰਕਸ਼ਨ ਵਜੋਂ ਵੀ ਵੇਰੀਏਬਲ ਵਜੋਂ। ਅਤੇ ਫਿਰ ਅਸੀਂ ਕੀ ਵੇਖਦੇ ਹਾਂ? ਜੇਕਰ ਅਸੀਂ ਇੱਥੇ ਡਿਫਰੈਂਸ਼ੀਏਟ ਕਰਦੇ ਹਾਂ ਤਾਂ ਕੀ ਹੋਵੇਗਾ? ਸਾਡੇ ਕੋਲ y ਪਾਵਰ n ਮਾਈਨਸ n ਅਤੇ ਪਲਸ 1 ਜਦੋਂ ਅਸੀਂ ਮਾਈਨਸ n ਪਾਵਰ ਨੂੰ ਡਿਫਰੈਂਸ਼ੀਏਟ ਕਰਦੇ ਹਾਂ, ਇਹ n ਮਾਈਨਸ ਤਾਂ ਇੱਥੇ ਸਾਡੇ ਕੋਲ n ਮਾਈਨਸ 1 ਹੈ, ਇਸ ਲਈ ਫਿਰ ਤੋਂ ਇਹ y ਪਾਵਰ ਮਾਈਨਸ n ਪਲਸ 1 ਇਕੁਅਲ ਵੀ ਦੇ। ਇਸ ਲਈ ਜਦੋਂ ਅਸੀਂ ਇਸ ਨੂੰ ਡਿਫਰੈਂਸ਼ੀਏਟ ਕਰਦੇ ਹਾਂ ਤਾਂ ਸਾਨੂੰ ਮਾਈਨਸ ਅਤੇ ਪਲਸ 1 ਪ੍ਰਾਪਤ ਹੋਵੇਗਾ ਅਤੇ y ਪਾਵਰ ਮਾਈਨਸ n ਪਲਸ 1 ਅਤੇ ਮਾਈਨਸ 1 ਅਤੇ dy ਬਟਾ dx dv ਬਟਾ dx ਦੇ ਇਕੁਅਲ ਹੈ। ਇਹ ਇੱਥੇ ਡਿਫਰੈਂਸ਼ੀਏਸ਼ਨ ਹੈ। ਇਹ ਇੱਕ ਮਾਈਨਸ n ਟਰਮ ਇੱਥੇ ਅਤੇ y ਪਾਵਰ ਤੇ ਬੈਠਦੀ ਹੈ। ਮਾਈਨਸ n ਇੱਥੇ ਆ ਰਿਹਾ ਹੈ ਅਤੇ dy ਬਟਾ dx dv ਬਟਾ dx ਦੇ ਇਕੁਅਲ ਹੈ। ਇਸ ਲਈ ਸਾਡੇ ਕੋਲ ਇੱਥੇ ਡੈਰੀਵੇਟਿਵ ਲਿਖੇ ਗਏ ਹਨ ਅਤੇ ਹੁਣ ਇਸ ਤੇ ਵਿਚਾਰ ਕੀਤਾ ਗਿਆ ਸੀ ਕਿ ਇਹ y ਪਾਵਰ ਮਾਈਨਸ n ਹੈ ਜੋ ਕਿ ਇੱਥੇ dy ਬਟਾ dx ਨਾਲ ਪਾਵਰ ਮਾਈਨ n ਹੈ। ਇਹ ਟਰਮ dv ਬਟਾ dx ਬਣ ਜਾਵੇਗੀ। ਇਹ ਫੈਕਟਰ ਨੂੰ ਇਹ ਡਿਵਾਈਡ ਕਰਨ ਦੁਆਰਾ ਐਡਜਸਟ ਕੀਤਾ ਜਾ ਸਕਦਾ ਹੈ। ਇਸ ਲਈ ਜਦੋਂ ਅਸੀਂ ਇਸ 1 ਬਟਾ y ਨੂੰ ਸਬਸਟੀਟਿਊਟ ਕਰਦੇ ਹਾਂ, ਪਾਵਰ n ਮਾਈਨਸ 1 v ਦੇ ਇਕੁਅਲ ਹੈ। ਇਨਟੂ ਦਿਸ ਇਕੁਏਸ਼ਨ ਸਾਨੂੰ ਕੀ ਪ੍ਰਾਪਤ ਹੋਵੇਗਾ? 1 ਬਟਾ 1 ਮਾਈਨਸ n ਪ੍ਰਾਪਤ ਹੋਵੇਗਾ ਅਤੇ ਫਿਰ ਇਹ dv ਬਟਾ dx। ਇਸ ਲਈ ਕਿਉਂਕਿ ਅਸੀਂ ਹੁਣ ਇਸ ਤਰ੍ਹਾਂ ਸੋਚਣਾ ਹੈ ਕਿ ਅਸੀਂ ਇਸ ਇਕੁਏਸ਼ਨ ਨੂੰ ਮਲਟੀਪਲਾਈ ਕਰਦੇ ਹਾਂ, ਅਸੀਂ ਇਸ ਹੋਲ ਇਕੁਏਸ਼ਨ ਨੂੰ 1 ਮਾਈਨਸ m ਨਾਲ ਮਲਟੀਪਲਾਈ ਕਰਦੇ ਹਾਂ ਅਤੇ ਇਸ ਲਈ ਅਸੀਂ ਸਿਰਫ 1 ਮਾਈਨਸ n, ਇਸ ਲਈ ਅਸੀਂ ਇੱਥੇ 1 ਮਾਈਨਸ n ਨੂੰ ਵੀ 1 ਮਾਈਨਸ n ਨਾਲ ਮਲਟੀਪਲਾਈ ਕੀਤਾ ਹੈ ਅਤੇ 1 ਮਾਈਨਸ n ਵੀ ਹੈ। ਇਸ ਲਈ ਇਹ 1 ਮਾਈਨਸ n ਅਤੇ y ਪਾਵਰ ਹੈ ਇਹ dy ਬਟਾ dx ਨਾਲ n ਮਾਈਨਸ 1 ਹੈ ਜੋ dv ਬਟਾ dx ਬਣ ਜਾਵੇਗਾ, ਪਲਸ ਇਹ 1 ਬਟਾ। ਇਸ ਲਈ ਇੱਥੇ 1 ਮਾਈਨਸ n ਹੈ ਜੋ 3 ਬਣ ਜਾਵੇਗਾ ਅਤੇ ਇਹ p 1 ਬਟਾ y n ਮਾਈਨਸ v ਬਣ ਜਾਵੇਗਾ ਅਤੇ ਰਾਈਟ ਹੈਂਡ ਸਾਈਡ 1 ਮਾਈਨਸ n ਵਾਲਾ q ਅਤੇ ਫਿਰ ਅਸੀਂ ਇਸ 1 ਮਾਈਨਸ n ਫੈਕਟਰ ਨੂੰ ਦੁਬਾਰਾ ਡਿਵਾਈਡ ਕਰ ਸਕਦੇ ਹਾਂ। ਇਸ ਲਈ ਸਾਨੂੰ ਇੱਥੇ ਪ੍ਰਾਪਤ ਹੋਵੇਗਾ ਬਟਾ 1 ਮਾਈਨਸ n dv ਬਟਾ dx ਪਲਸ ਇਹ p। ਅਸੀਂ ਇਸ q ਦੇ ਇਕੁਅਲ ਹਾਂ ਜਾਂ ਅਸੀਂ ਇਸ ਨੂੰ ਇਸ ਰੂਪ ਵਿੱਚ ਵੀ ਲਿਖ ਸਕਦੇ ਹਾਂ ਕਿਉਂਕਿ ਇਹ v ਵਿੱਚ ਲੀਨੀਅਰ ਇਕੁਏਸ਼ਨ ਦਾ ਸਟੈਂਡਰਡ ਫਾਰਮ ਹੈ, ਕਿਉਂਕਿ ਇੱਥੇ ਸਾਡੇ ਕੋਲ dv ਬਟਾ dx ਟਰਮ ਹੈ ਅਤੇ ਸਾਡੇ ਕੋਲ ਇੱਥੇ ਇਕੱਠਾ ਕਰਨ ਲਈ ਹੈ ਜਿੱਥੇ ਇਹ 1 ਮਾਈਨਸ n ਹੈ ਜੋ ਕਿ ਇੱਕ ਕੋਨਸਟੈਂਟ ਹੈ। ਫਿਰ ਇਹ p x ਦਾ ਫੰਕਸ਼ਨ ਬਣ ਜਾਵੇਗਾ ਅਤੇ ਫਿਰ ਰਾਈਟ ਹੈਂਡ ਸਾਈਡ ਇਹ ਫੰਕਸ਼ਨ x ਦਾ ਫੰਕਸ਼ਨ ਹੈ ਅਤੇ ਇਸ ਨੂੰ 1 ਮਾਈਨਸ n ਨਾਲ ਮਲਟੀਪਲਾਈ ਕੀਤਾ ਗਿਆ ਹੈ। ਇਸ ਲਈ ਇਹ v ਵਿੱਚ ਲੀਨੀਅਰ ਇਕੁਏਸ਼ਨ ਹੈ ਜਾਂ ਬਰਨੂਲੀ ਦੀ ਇਕੁਏਸ਼ਨ ਹੈ। ਅਸੀਂ ਇਸ ਤਰ੍ਹਾਂ ਦੇ ਇੱਕ ਸਬਸਟੀਟਿਊਸ਼ਨ ਦੁਆਰਾ ਇਸ ਇੱਕ ਦੂਜੇ ਵੇਰੀਏਬਲ v ਵਿੱਚ ਲੀਨੀਅਰ ਇਕੁਏਸ਼ਨ ਕਨਵਰਟ ਕਰ ਸਕਦੇ ਹਾਂ ਅਤੇ ਫਿਰ ਅਸੀਂ ਜਾਣਦੇ ਹਾਂ ਕਿ
ਉਦਾਹਰਨ ਰਾਹੀਂ ਇੱਕ ਲੀਨੀਅਰ ਇਕੁਏਸ਼ਨ ਨੂੰ ਕਿਵੇਂ ਸੋਲਵ ਕੀਤਾ ਜਾਵੇ। ਇਸ ਲਈ ਪਹਿਲਾਂ ਉਦਾਹਰਨ ਵਜੋਂ ਅਸੀਂ x ਸਕੁਏਅਰ ਮਾਈਨਸ 2x ਪਲਸ 2y ਸਕੁਏਅਰ tx ਤੇ ਕੰਸੀਡਰ ਕਰਾਂਗੇ, ਅਤੇ 2xy dy। ਇਸ ਲਈ ਇਸ ਨੂੰ m dx ਪਲਸ ਅਤੇ dy ਫਾਰਮ ਵਿੱਚ ਲਿਖਿਆ ਜਾਂਦਾ ਹੈ। ਪਰ ਅਸੀਂ ਇਸ ਨੂੰ dy ਬਟਾ dx ਫਾਰਮ ਵਿੱਚ ਵੀ ਲਿਖ ਸਕਦੇ ਹਾਂ। ਇਸ ਲਈ ਇਸ ਨੂੰ dy ਬਟਾ dx ਫਾਰਮ ਵਿੱਚ ਲਿਖਣਾ। ਇਸ ਲਈ ਸਾਡੇ ਕੋਲ xy ਅਤੇ dy ਬਟਾ dx ਪਲਸ ਹੈ। ਇਸ x ਪਲਸ 2y ਸਕੁਏਅਰ ਲਈ x ਦੇ ਸਕੁਏਅਰ ਮਾਈਨਸ ਹੈ। ਇਹ ਟਰਮ ਸਿਟਿੰਗ ਹੈ, ਇਸ ਲਈ ਅਸੀਂ ਸਿਰਫ ਇਸ dx ਨਾਲ ਡਿਵਾਈਡ ਕੀਤਾ ਹੈ। ਇਸ ਲਈ ਸਾਨੂੰ ਇਹ ਇਕੁਏਸ਼ਨ ਪ੍ਰਾਪਤ ਹੋਇਆ ਹੈ। ਅਤੇ ਹੁਣ ਅਸੀਂ ਇਸ x ਦੇ ਸਭ ਕੁਝ ਨੂੰ ਰਾਈਟ ਹੈਂਡ ਸਾਈਡ ਲੈ ਕੇ ਜਾ ਸਕਦੇ ਹਾਂ। ਇਸ ਲਈ ਸਾਡੇ ਕੋਲ 2y ਹਨ, ਅਸੀਂ x ਨਾਲ ਵੀ ਡਿਵਾਈਡ ਕੀਤਾ ਹੈ, ਨਾਲ ਹੀ 2y। ਅਤੇ ਇਹ dy ਬਟਾ dx ਪਲਸ ਇਹ 2y ਸਕੁਏਅਰ ਬਟਾ ਇਹ x, ਜਿਸ ਨੂੰ ਅਸੀਂ ਰਾਈਟ ਹੈਂਡ ਸਾਈਡ ਡਿਵਾਈਡ ਗੋਜ਼ ਟੂ ਹੁਣ 2x ਮਾਈਨਸ x s ਸਕੁਏਅਰ ਤੇ ਜਾਂਦਾ ਹੈ, ਅਤੇ ਅਸੀਂ x ਨਾਲ ਡਿਵਾਈਡ ਕੀਤਾ ਹੈ। ਇਸ ਲਈ ਅਸੀਂ ਇਸ ਇਕੁਏਸ਼ਨ ਇਨਟੂ ਇਸ ਫਾਰਮ ਨੂੰ ਮੁੜ ਲਿਖਿਆ ਹੈ। ਅਤੇ ਹੁਣ ਜੇਕਰ ਅਸੀਂ ਇਸ ਨੂੰ ਸਬਸਟੀਟਿਊਟ ਕਰਦੇ ਹਾਂ ਤਾਂ ਕਿਉਂ ਸਕੁਏਅਰ ਨਵੇਂ ਵੇਰੀਏਬਲ ਵਜੋਂ ਹੈ, ਅਤੇ ਫਿਰ ਇਹ ਡਿਫਰੈਂਸ਼ੀਅਲ ਡੈਰੀਵੇਟਿਵ ਇੱਥੇ ਸੈੱਟ ਬੈਠਦਾ ਹੈ। ਇਸ dy ਬਟਾ dx ਤੋਂ ਅੱਗੇ ਅਸੀਂ ਇਸ ਨੂੰ ਲੀਨੀਅਰ ਇਕੁਏਸ਼ਨ ਵਿੱਚ ਕਨਵਰਟ ਕਰ ਸਕਦੇ ਹਾਂ। ਇਸ ਲਈ ਇਹ ਸਕੁਏਅਰ ਸਬਸਟੀਟਿਊਸ਼ਨ v ਦੇ ਇਕੁਅਲ ਹੈ। ਅਸੀਂ ਇਸ ਨੂੰ 2y ਅਤੇ dv ਬਟਾ dx ਵਜੋਂ ਇਹ dv ਬਟਾ dx ਅਤੇ ਫਿਰ ਅਸੀਂ ਇੱਥੇ ਸਬਸਟੀਟਿਊਟ ਕਰ ਸਕਦੇ ਹਾਂ। ਇਸ ਲਈ ਇਹ ਟਰਮ dv ਬਟਾ dx ਬਣ ਜਾਵੇਗਾ। ਫਿਰ ਸਾਡੇ ਕੋਲ ਇਸ y ਸਕੁਏਅਰ ਨਾਲ 2 ਬਟਾ x ਟਰਮ ਇਸ y ਸਕੁਏਅਰ ਨਾਲ ਇਕੱਠਿਆਂ ਹੁੰਦੀ ਹੈ, ਜੋ ਕਿ v ਹੈ ਅਤੇ ਰਾਈਟ ਹੈਂਡ ਸਾਈਡ ਹੈ 2 ਮਾਈਨ x ਹੋਵੇਗਾ। ਇਸ ਲਈ ਇਹ x ਜਦੋਂ ਅਸੀਂ ਡਿਵਾਈਡ ਕਰਦੇ ਹਾਂ ਤਾਂ ਮਾਈਨਸ x ਪ੍ਰਾਪਤ ਹੋਵੇਗਾ। ਇਸ ਲਈ ਇਹ v ਵਿੱਚ ਲੀਨੀਅਰ ਇਕੁਏਸ਼ਨ ਹੈ, ਅਤੇ ਅਸੀਂ ਜਾਣਦੇ ਹਾਂ ਕਿ v ਵਿੱਚ ਲੀਨੀਅਰ ਇਕੁਏਸ਼ਨ ਨੂੰ ਕਿਵੇਂ ਸੋਲਵ ਕੀਤਾ ਜਾਵੇ। ਇਸ ਲਈ ਅਸੀਂ ਇੰਟੀਗਰੇਟਿੰਗ ਫੈਕਟਰ ਨੂੰ ਲਿਖ ਸਕਦੇ ਹਾਂ, ਅਤੇ ਇਹ ਜੋ ਇੱਥੇ p ਲਿਖਦੇ ਹਾਂ। ਇਸ ਲਈ ਜੇਕਰ ਸਾਡਾ ਇਹ p dx ਹੈ, ਜੋ ਕਿ ਹੁਣ x ਦਾ ਸਕੁਏਅਰ ਹੈ, ਇਸ ਲਈ 2 ln x ਜਾਂ ln x ਦਾ ਸਕੁਏਅਰ ਹੈ ਐਕਸਪੋਨੈਂਸ਼ੀਅਲ ln x s ਦਾ ਸਕੁਏਅਰ, ਤਾਂ ਸਾਨੂੰ ਇੱਥੇ x ਦਾ ਸਕੁਏਅਰ ਪ੍ਰਾਪਤ ਹੁੰਦਾ ਹੈ। ਇਸ ਲਈ ਅਸੀਂ ਇਨਟੂ x ਦਾ ਸਕੁਏਅਰ ਦਾ ਸੋਲਿਊਸ਼ਨ ਕਰਦੇ ਹਾਂ। ਅਸੀਂ ਇਸ ਨੂੰ x ਦੇ ਸਕੁਏਅਰ ਨਾਲ ਮਲਟੀਪਲਾਈ ਕਰਕੇ ਵੀ ਲਿਖ ਸਕਦੇ ਹਾਂ। ਰਾਈਟ ਹੈਂਡ ਸਾਈਡ ਇੱਥੇ 2 ਮਾਈਨਸ x ਇਨਟੂ ਇਹ x ਦੇ ਸਕੁਏਅਰ dx ਅਤੇ ਪਲਸ ਇੰਟੀਗ੍ਰੇਸ਼ਨ ਦੇ ਕੋਨਸਟੈਂਟ ਹੈ। ਇਸ ਲਈ ਸਾਨੂੰ ਇਹ ਪ੍ਰਾਪਤ ਹੁੰਦਾ ਹੈ y ਸਕੁਏਅਰ ਵਜੋਂ ਵੀ। ਅਸੀਂ ਫਿਰ ਤੋਂ ਸਬਸਟੀਟਿਊਟ ਕਰਦੇ ਹਾਂ। ਇਸ ਲਈ y ਸਕੁਏਅਰ x ਸਕੁਏਅਰ ਇਸ 2 ਦੇ ਇਕੁਅਲ ਹੈ, ਅਤੇ ਇਹ x ਸਕੁਏਅਰ dx ਤਾਂ 2 ਇਨਟੂ a dx ਤੋਂ ਭਾਵ ਹੈ ਕਿ ਜਦੋਂ ਅਸੀਂ x ਕਿਊ ਨੂੰ ਇਸ ਦੁਆਰਾ ਇੰਟੀਗ੍ਰੇਟ ਕਰਦੇ ਹਾਂ, ਇਹ ਫੈਕਟਰ ਆਵੇਗਾ, ਅਤੇ ਇਹ ਮਾਈਨਸ ਇਹ x ਕਿਊਬ ਵਜੋਂ ਇੱਥੇ x ਲਈ 4 ਨਾਲ ਡਿਵਾਈਡ ਕੀਤਾ ਜਾਵੇਗਾ, ਅਤੇ ਪਲਸ ਇਹ ਇੰਟੀਗ੍ਰੇਸ਼ਨ ਦਾ ਇਹ ਕੋਨਸਟੈਂਟ ਹੈ। ਤਾਂ ਇਹ ਇਸ ਦਿੱਤੇ ਗਏ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਹੈ, ਜੋ ਇਸ xy ਵਿੱਚ ਇੰਪਲੀਸਿਟ ਫਾਰਮ ਵਿੱਚ ਲਿਖਿਆ ਹੋਇਆ ਹੈ। ਤਾਂ ਸਿਰਫ ਇੱਕ ਹੋਰ ਉਦਾਹਰਨ ਤੇ ਚਰਚਾ ਕੀਤੀ ਜਾਵੇਗੀ। ਇਸ ਲਈ ਉਦਾਹਰਨ ਲਈ dx ਮਾਈਨਸ ਇਹ y tan x ਮਾਈਨਸ y ਸਕੁਏਅਰ sec x ਦੇ ਇਕੁਅਲ ਹੈ। ਇਸ ਲਈ ਜੇਕਰ ਅਸੀਂ y ਦੇ ਸਕੁਏਅਰ ਦੁਆਰਾ ਡਿਵਾਈਡ ਕਰਦੇ ਹਾਂ ਤਾਂ ਸਾਨੂੰ 1 ਬਟਾ y ਤੋਂ ਕੀ ਪ੍ਰਾਪਤ ਹੁੰਦਾ ਹੈ, ਜਿੱਥੇ dy ਬਟਾ dx ਮਾਈਨਸ ਇਹ 1 ਬਟਾ y ਹੈ, ਅਤੇ ਇਹ tan x, ਅਤੇ ਫਿਰ ਸਾਡੇ ਕੋਲ ਮਾਈਨਸ sec x ਹੁੰਦਾ ਹੈ, ਜਿਵੇਂ ਕਿ ਇਹ ਕੈਨ ਬਰਨੂਲੀ ਦੀ ਕਿਸਮ ਵਾਲੀ ਇਕੁਏਸ਼ਨ ਹੋ ਸਕਦੀ ਹੈ। ਇਸ ਲਈ ਜੇਕਰ ਅਸੀਂ ਇਸ y ਦੇ 1 ਦੀ v ਵਜੋਂ ਸਬਸਟੀਟਿਊਟ ਕਰਦੇ ਹਾਂ ਤੇ ਫਿਰ ਅਸੀਂ ਇੱਥੇ ਡਿਫਰੈਂਸ਼ੀਏਟ ਕਰਦੇ ਹਾਂ। ਇਸ ਲਈ ਮਾਈਨਸ ਪ੍ਰਾਪਤ ਹੋਵੇਗਾ y ਦਾ ਸਕੁਏਅਰ dy ਬਟਾ dx dv ਬਟਾ dx ਦੇ ਇਕੁਅਲ ਹੈ, ਜੋ ਕਿ 1 ਬਟਾ y ਵੀ ਸਬਸਟੀਟਿਊਸ਼ਨ ਦੇ ਇਕੁਅਲ ਤੋਂ ਪ੍ਰਾਪਤ ਹੁੰਦਾ ਹੈ। ਅਤੇ ਫਿਰ ਜਦੋਂ ਵਾਪਸ ਇਸ ਇਕੁਏਸ਼ਨ ਦਾ ਅਸੀਂ ਸਬਸਟੀਟਿਊਟ ਕਰਦੇ ਹਾਂ, ਇੱਥੇ 1 ਬਟਾ y ਦਾ ਸਕੁਏਅਰ dy ਬਟਾ dx ਜੋ dv ਬਟਾ dx ਹੁੰਦਾ ਹੈ, ਅਤੇ ਇਹ 1 ਬਟਾ y ਵੀ ਹੈ, ਇਹ tan x ਅਤੇ ਇਹ ਮਾਈਨਸ sec ਹੈ। ਇਸ ਲਈ ਮਾਈਨਸ v ਅਸੀਂ ਸਿਰਫ ਮਲਟੀਪਲਾਈ ਕੀਤਾ ਹੈ, ਇਸ ਲਈ ਸਾਨੂੰ ਇਹ ਪ੍ਰਾਪਤ ਹੋਇਆ ਹੈ। ਇਹ ਇਕੁਏਸ਼ਨ dv ਬਟਾ dx ਪਲਸ v tan x ਇਸ sec x ਦੇ ਇਕੁਅਲ ਹੈ, ਅਤੇ ਹੁਣ ਇਹ v ਵਿੱਚ ਇੱਕ ਲੀਨੀਅਰ ਇਕੁਏਸ਼ਨ ਹੈ, ਜਿਸ ਦੀ ਗਣਨਾ ਅਸੀਂ ਇਹ ਇੰਟੀਗ੍ਰੇਟਿੰਗ ਫੈਕਟਰ ਨੂੰ ਸੋਲਵ ਕਰਨ ਦੁਆਰਾ ਕਰ ਸਕਦੇ ਹਾਂ। ਇਸ ਲਈ ਇੰਟੀਗ੍ਰੇਟਿੰਗ ਫੈਕਟਰ ਇਸ tan x ਦਾ ਐਕਸਪੋਨੈਂਸ਼ੀਅਲ ਹੋਵੇਗਾ। ਇਸ ਲਈ ਐਕਸਪੋਨੈਂਸ਼ੀਅਲ ਇਹ tan x ਅਤੇ tan x ਇਹ ਹੋਵੇਗਾ ਇੰਟੀਗਰਲ, ਇਸ ਤੋਂ ਬਾਅਦ ln sec x ਬਣ ਜਾਵੇਗਾ। ਇਸ ਲਈ ਇੰਟੀਗ੍ਰੇਟਿੰਗ ਫੈਕਟਰ ਕੁਝ ਵੀ ਨਹੀਂ ਹੈ ਪਰ ਇਹ sec x ਹੈ, ਜਿਸ ਦੀ ਵਰਤੋਂ ਹੁਣ ਆਪਾਂ ਸੋਲਿਊਸ਼ਨ ਵਜੋਂ ਕਰਦੇ ਹਾਂ। ਇਸ ਲਈ ਸੋਲਿਊਸ਼ਨ ਵੀ ਹੋਵੇਗਾ ਇਨਟੂ ਇਸ sec x ਟਰਮ ਇੰਟੀਗਰਲ ਦੇ ਇਕੁਅਲ ਹੈ। ਇੱਥੇ ਇਹ sec x ਹੈ, ਅਤੇ ਫਿਰ ਇੱਕ ਇਹ sec x ਸਕੁਏਅਰ dx ਅਤੇ ਪਲਸ ਇਹ ਇੰਟੀਗ੍ਰੇਸ਼ਨ ਦਾ ਕੋਨਸਟੈਂਟ ਬਣ ਜਾਵੇਗਾ।
ਇਸ ਲਈ ਸਾਨੂੰ ਇਹ ਵੀ ਇਨਟੂ sec x ਸਕੁਏਅਰ ਦੇ ਇੰਟੀਗਰਲ ਦੇ ਇਕੁਅਲ ਹੁੰਦਾ ਪ੍ਰਾਪਤ ਹੁੰਦਾ ਹੈ ਜੋ ਕਿ tan x ਪਲਸ ਇਹ ਇੰਟੀਗਰੇਸ਼ਨ ਦਾ ਕੋਨਸਟੈਂਟ ਇਹ ਵੀ ਕੁਝ ਨਹੀਂ ਸੀ ਪਰ 1/y ਇਸ ਲਈ ਇਹ 1/y sec x tan x ਪਲਸ c ਦੇ ਇਕੁਅਲ ਹੈ ਅਤੇ ਇਹ ਸੋਲਿਊਸ਼ਨ ਨੂੰ y ਅਤੇ x ਦੀ ਇੰਪਲੀਸਿਟ ਵਿੱਚ ਇਸ ਐਕਸਪਲੀਸਿਟ ਵਿੱਚ ਦਿੱਤੀ ਗਈ ਡਿਫਰੈਂਸ਼ੀਅਲ ਇਕੁਏਸ਼ਨ ਵਜੋਂ ਲਿਖਿਆ ਗਿਆ ਹੈ। ਇਸ ਲਈ ਅਸਲ ਵਿੱਚ ਇਸ ਨੂੰ ਅਸੀਂ ਐਕਸਪਲੀਸਿਟ ਫਾਰਮ ਵਿੱਚ ਵੀ ਲਿਖ ਸਕਦੇ ਹਾਂ ਕਿਉਂਕਿ ਇੱਥੇ y ਵਿਖਾਈ ਦਿੰਦਾ ਹੈ ਇਸ ਲਈ ਅਸੀਂ ਸਭ ਕੁਝ ਨੂੰ ਇਸ y ਦੇ ਦੂਜੇ ਪਾਸੇ ਲੈ ਕੇ ਜਾ ਸਕਦੇ ਹਾਂ ਇਸ ਲਈ ਸੋਲਿਊਸ਼ਨ ਨੂੰ ਐਕਸਪਲੀਸਿਟ ਫਾਰਮ ਵਿੱਚ ਵੀ ਲਿਖਿਆ ਜਾ ਸਕਦਾ ਹੈ। ਇਸ ਲਈ ਇਸ ਕਨਕਲੂਜਨ ਤੇ ਪਹੁੰਚਦੇ ਹਾਂ ਕਿ ਅਸੀਂ ਆਰਡਰ 1 ਦੇ ਲੀਨੀਅਰ ਇਕੁਏਸ਼ਨਸ ਨੂੰ ਪੜ੍ਹ ਚੁੱਕੇ ਹਾਂ ਅਤੇ ਸਟੈਂਡਰਡ ਫਾਰਮ ਜਿਸ ਦੀ ਅਸੀਂ ਪਹਿਲਾਂ ਚਰਚਾ ਕੀਤੀ ਸੀ ਉਹ dy/dx ਪਲਸ ਇਸ pxy qx ਦੇ ਇਕੁਅਲ ਹੈ ਅਤੇ ਨਾਲ ਹੀ ਅਸੀਂ ਉਹਨਾਂ ਇਕੁਏਸ਼ਨਸ ਬਾਰੇ ਵੀ ਚਰਚਾ ਕੀਤੀ ਸੀ ਜੋ ਆਰਡਰ ਦੇ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨਸ ਲਈ ਰੀਡਿਊਸੇਬਲ ਹਨ ਅਤੇ ਉੱਥੇ ਅਸੀਂ ਇਸ ਤੇ ਫਿਰ ਤੋਂ ਜਨਰਲ ਇਕੁਏਸ਼ਨ ਵਾਂਗ ਕੰਸੀਡਰ ਕੀਤਾ ਹੈ ਜਿੱਥੇ ਇਹ fy p ਨਾਲ ਸਿਟਿੰਗ ਹੈ ਅਤੇ ਉਸ ਦਾ ਡੈਰੀਵੇਟਿਵ ਜੇਕਰ ਅਸੀਂ ਵੇਖਦੇ ਹਾਂ ਕਿ ਇਹ ਤੇ ਇਸ dy/dx ਨਾਲ ਇਹ ਸੈੱਟ ਹੈ ਤਾਂ ਇਸ fy ਦੇ ਇਸ ਸਬਸਟੀਟਿਊਸ਼ਨ ਦੁਆਰਾ ਵੀ ਦੇ ਇਕੁਅਲ ਹੈ। ਅਸੀਂ ਇਸ ਇਕੁਏਸ਼ਨ ਇਨਟੂ ਇਕੁਏਸ਼ਨ ਵਿੱਚ ਕਨਵਰਟ ਕਰ ਸਕਦੇ ਹਾਂ ਇਨਟੂ ਲੀਨੀਅਰ ਇਕੁਏਸ਼ਨ ਜੋ ਵੀ ਵਿੱਚ ਹੈ ਅਤੇ ਫਿਰ ਅਸੀਂ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੋਲਵ ਕਰਦੇ ਹਾਂ ਜਿਸ ਦੀ ਵਿਆਖਿਆ ਅਸੀਂ ਅੱਜ ਦੇ ਲੈਕਚਰ ਵਿੱਚ ਕੀਤੀ ਹੈ। ਤਾਂ ਇਹ ਲੈਕਚਰ ਤਿਆਰ ਕਰਨ ਲਈ ਵਰਤੋਂ ਕੀਤੇ ਜਾਣ ਵਾਲੇ ਸੰਦਰਭ ਹਨ ਅਤੇ ਧਿਆਨ ਦੇਣ ਲਈ ਧੰਨਵਾਦ।